ਤਕਰੀਬਨ 3.5 ਸਾਲਾਂ ਤੋਂ ਬਾਅਦ ਜਿਹੜਾ ਕੈਪਟਨ ਸਰਕਾਰ ਆ ਉਹ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ। 50 ਲੱਖ ਨੌਜਵਾਨਾਂ ਨੂੰ ਜਿਹੜੇ ਸਮਾਰਟਫੋਨ ਨੇ ਉਹ ਦਿੱਤੇ ਜਾਣਗੇ ਤੇ ਹੁਣ ਜਿਹੜੀ ਆ ਗੱਲ ਉਹ 12ਵੀਂ ਤੱਕ ਦੇ ਵਿਦਿਆਰਥੀਆਂ ਤੱਕ ਹੀ ਰਹਿ ਗਈ ਹੈ। ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਨੇ, ਸਾਰੇ ਨਹੀਂ, ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਸਿਰਫ ਉਹਨਾਂ ਨੂੰ ਹੀ ਸਰਕਾਰ ਆ ਉਹ ਜਿਹੜੀ ਸਮਾਰਟਫੋਨ ਦੇਣ ਜਾ ਰਹੀ ਹੈ। ਤੇ ਕੈਪਟਨ ਸਾਹਿਬ ਨੇ ਆਪਣੀ ਜਿਹੜੀ ਫੋਟੋ ਆ ਉਹ ਮੋਬਾਈਲ ਦੇ ਪਿੱਛੇ ਬੈਕ ਸਾਈਡ ਤੇ ਉਹ ਛਪਵਾ ਲਈ ਹੈ। ਕੰਪਨੀ ਤੋਂ ਪਹਿਲਾਂ ਹੀ ਛਪੇ ਛਪਾਏ ਜਿਹੜੀ ਹੈ ਫੋਟੋ ਆਈ ਹੈ। ਖੈਰ, ਸ਼੍ਰੋਮਣੀ ਅਕਾਲੀ ਦਲ ਨੇ ਵੀ ਸਵਾਲ ਕੀਤੇ ਨੇ ਕਿ ਕੈਪਟਨ ਸਾਹਿਬ ਆਪ ਕਹਿੰਦੇ ਸੀ ਕਿ ਜਦੋਂ ਸਰਕਾਰਾਂ ਮਦਦ ਕਰਦੀਆਂ ਜਾਂ ਕੋਈ ਵੀ ਕੋਈ ਮਦਦ ਕਰਦਾ ਕਿਸੇ ਦੀ ਤੇ ਫਿਰ ਉਹਦੇ ਉੱਤੇ ਆਪਣਾ ਨਾਂ ਨਹੀਂ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਇਤਰਾਜ਼ ਜਤਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਮਾਰਟਫੋਨਾਂ ਦੇ ਉੱਤੇ ਪਿਛਲੇ ਪਾਸੇ ਆਪਣੀ ਫੋਟੋ ਕਿਉਂ ਛਪਵਾਈ ਹੈ। ਇੱਥੇ ਸਾਡਾ ਵੀ ਇਹ ਮਾੜੀ ਗੱਲ ਹੈ ਸਰਕਾਰਾਂ ਦੀ, ਕਿਉਂਕਿ 1992 ਤੋਂ ਇਹ ਪਰਿਵਾਰ ਇੱਥੇ ਆਏ ਹੋਏ ਨੇ ਤੇ 28 ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਤੇ ਹਾਲੇ ਤੱਕ ਅਸੀਂ ਨਾਗਰਿਕਤਾ ਹੀ ਨਹੀਂ ਇਹਨਾਂ ਨੂੰ ਦੇ ਸਕੇ। ਸਾਡੀ ਸਰਕਾਰ ਨਾਗਰਿਕਤਾ ਨਹੀਂ ਸਾਡੇ ਸਿੱਖ ਭਰਾ ਅਫਗਾਨ ਭਰਾਵਾਂ ਨੂੰ ਦੇ ਸਕੀ ਤੇ ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ ਕਿ ਹੋਰ ਸਾਡੀ ਸਰਕਾਰ ਹੋਰ ਕੀ ਕਰ ਦੂਗੀ ਇਹਨਾਂ ਬਾਰੇ। ਕੀ ਸਰਕਾਰ ਤੇ ਤੁਹਾਡੇ ਨਜ਼ਰ ਦੇ ਨਾਲ ਕੀ ਇਫੈਕਟ ਪਊਗਾ ਇਸ ਚੀਜ਼ ਦਾ, ਕਿਉਂਕਿ ਕੋਈ ਬਾਲਾ ਚੰਗਾ ਤਾਂ ਲੋਕਾਂ ਨੇ ਸਮਝਣਾ ਨਹੀਂ। ਜਿਹੜੀ ਸਿੰਪਥੀ ਆ ਉਹ ਤਾਂ ਫਿਰ ਵੀ ਬਾਜਵਾ ਸਾਹਿਬ ਹੀ ਲੈ ਕੇ ਜਾਣਗੇ, ਕੈਪਟਨ ਸਾਹਿਬ ਨਾਲ ਤਾਂ ਨਹੀਂ ਜਾਣੀ ਹੈਗੀ। ਰਾਓ ਜੀ ਇਹ ਵੀ ਕਹਿ ਰਹੇ ਹੈ ਕਿ ਤੁਸੀਂ ਜਿਹੜੇ ਅਕਾਲੀ ਦਲ ਦੇ ਸੀਨੀਅਰ ਨੇਤਾ ਹੈਗੇ ਨੇ, ਸੁਖਬੀਰ ਬਾਦਲ ਦੀ ਗੱਲ ਕਰ ਲਓ, ਬੀਬਾ ਹਰਸਿਮਰਤ ਬਾਦਲ ਦੀ ਗੱਲ ਕਰ ਲਓ, ਬਿਕਰਮ ਮਜੀਠੀਆ ਦੀ ਗੱਲ ਕਰ ਲਓ, ਉਹਨਾਂ ਨੂੰ ਸਾਰਿਆਂ ਨੂੰ ਸਿਕਿਉਰਿਟੀ ਮਿਲੀ ਵੀ ਹੈ, ਡਬਲ ਸਿਕਿਉਰਿਟੀ ਮਿਲੀ ਹੈ। ਕਿਤੇ ਮੇਰੀ ਸਿਕਿਉਰਿਟੀ ਘਟਾਈ ਦਿਲਚਸਪ ਕਿਸਮ ਦੀ ਗੱਲ ਹੈ। ਜਦੋਂ ਪਾਰਟੀਆਂ ਦੇ ਅੰਦਰ ਸ਼ਰੀਕੇਬਾਜ਼ੀ ਪੈਦਾ ਹੁੰਦੀ ਹੈ ਜੀ ਤਾਂ ਇਸ ਗੱਲ ਤੇ ਬੜਾ ਇੰਜੋਏ ਕੀਤਾ ਜਾਂਦਾ ਹੈ। ਜਿਹੜੇ ਸੱਤਾ ਤੇ ਬੈਠੇ ਹੁੰਦੇ ਲੋਕ ਉਹ ਦੇਖਦੇ ਆ ਕਿ ਹੁਣ ਆਇਆ ਨਾ ਸਵਾਦ। ਆਪਾਂ ਜੇ ਰਾਜਸਥਾਨ ਦੀਆਂ ਘਟਨਾਵਾਂ ਦਾ ਦੇਖਦੇ ਹਾਂ, ਦੇਖ ਲਓ ਪਾਇਲਟ ਨੂੰ ਵੀ ਅਗਲਿਆਂ ਨੇ ਵਾਪਸ ਲੈਣ ਦੀ ਗੱਲ ਕਰ ਲਈ ਹੈ, ਮਨਾ ਲਿਆ। ਇਹ ਕਿਵੇਂ ਪੋਸੀਬਲ ਹੋ ਸਕਦਾ ਕਿ ਰਾਜ ਸਭਾ ਦੇ 2 ਮੈਂਬਰ ਹੈ ਉਹਨਾਂ ਬਾਰੇ ਉਲਟ ਫੈਸਲਾ ਲੈ ਲੇਗੀ ਪਾਰਟੀ ਹਾਈ ਕਮਾਂਡ। ਜਿਹੜਾ ਆਪਾਂ ਕਹਿ ਦਿੰਦੇ ਆ ਕਿ ਜੋ ਤਲਖੀ ਆ ਉਹ ਘਟਣ ਦੀ ਬਜਾਏ ਲਗਾਤਾਰ ਇਹਨਾਂ ਦੋਨਾਂ ਆਗੂਆਂ ਦੇ ਵਿੱਚ ਵੱਧਦੀ ਜਾ ਰਹੀ ਹੈ। ਬਾਜਵਾ ਸਾਹਿਬ ਪਹਿਲਾਂ ਪ੍ਰਧਾਨ ਸੀ ਕਾਂਗਰਸ ਦੇ, ਫਿਰ ਕੈਪਟਨ ਸਾਹਿਬ ਨੇ ਆਉਂਦਿਆਂ ਹੀ ਪਹਿਲਾਂ ਸ਼ਰਤ ਰੱਖੀ ਕਿ ਬਾਜਵਾ ਸਾਹਿਬ ਨੂੰ ਹਟਾਓ ਜੀ, ਮੈਨੂੰ ਪ੍ਰਧਾਨਗੀ ਦਿਓ। ਸਵਾਗਤ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਪ੍ਰਤਾਪ ਸਿੰਘ ਬਾਜਵਾ ਦੀ ਲਈ ਗਈ ਸੁਰੱਖਿਆ ਜਿਹੜੀ ਵਾਪਸ ਲਈ ਗਈ ਆ ਉਸ ਬਾਰੇ ਅਸੀਂ ਗੱਲਬਾਤ ਕਰ ਰਹੇ ਸੀ। ਸਾਡੇ ਜਿਹੜੇ ਦਰਸ਼ਕ ਨੇ ਉਹ ਵੀ ਆਪਣੀ ਰਾਏ, ਆਪਣੇ ਜਿਹੜੇ ਸੁਝਾਅ ਨੇ ਉਹ ਸਾਡੇ ਤੱਕ ਪਹੁੰਚਦੇ ਕਰ ਰਹੇ ਨੇ ਫੋਨ ਕਾਲ ਦੇ ਜ਼ਰੀਏ, ਤੇ ਕੁਝ ਜਿਹੜੇ ਸਾਨੂੰ ਕਮੈਂਟਾਂ ਦੇ ਰਾਹੀਂ ਵੀ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਦੇ ਉਹ ਸਾਡੇ ਤੱਕ ਪਹੁੰਚ ਰਹੇ ਨੇ ਜੀ। ਲੇਕਿਨ ਇੱਕ ਹੋਰ ਤੁਹਾਨੂੰ ਅਪਡੇਟ ਦੇ ਦਈਏ ਕਿ ਪੰਜਾਬ ਸਰਕਾਰ ਆਪਣੇ ਜਿਹੜਾ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਸਮਾਰਟਫੋਨ ਦੇਣੇ ਨੇ, ਕੱਲ੍ਹ ਤੋਂ ਸਰਕਾਰ ਜਿਹੜਾ ਸਮਾਰਟਫੋਨ ਵੰਡਣ ਜਾ ਰਹੀ ਹੈ, ਖਾਸ ਕਰਕੇ ਜਿਹੜੇ 12ਵੀਂ ਦੇ ਵਿਦਿਆਰਥੀ ਨੇ, ਕਿਉਂਕਿ ਆਨਲਾਈਨ ਕਲਾਸਾਂ ਲੱਗ ਰਹੀਆਂ ਨੇ ਤੇ ਇਸ ਮੌਕੇ ਸਰਕਾਰ ਨੇ ਉਹਨਾਂ ਬੱਚਿਆਂ ਦੀ ਚੋਣ ਕੀਤੀ ਹੈ ਜਿਨ੍ਹਾਂ ਬੱਚਿਆਂ ਦੇ ਕੋਲੇ ਸਮਾਰਟਫੋਨ ਨਹੀਂ ਹਨ ਤੇ ਜਿਹੜੇ ਕਿ ਆਨਲਾਈਨ ਕਲਾਸਾਂ ਨਹੀਂ ਲਗਾ ਪਾ ਰਹੇ ਸੀ ਕਿਉਂਕਿ ਉਹਨਾਂ ਦੇ ਕੋਲ ਸਮਾਰਟਫੋਨ ਨਹੀਂ ਸੀ। ਲੈਪਟਾਪ ਦਾ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਇਹਨਾਂ ਬੱਚਿਆਂ ਕੋਲ ਸਮਾਰਟਫੋਨ ਵੀ ਨਹੀਂ ਸੀ। ਸੋ ਤਕਰੀਬਨ 3.5 ਸਾਲਾਂ ਤੋਂ ਬਾਅਦ ਜਿਹੜਾ ਕੈਪਟਨ ਸਰਕਾਰ ਆ ਉਹ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ। ਹਾਲਾਂਕਿ ਵਾਅਦਾ ਤਾਂ ਹੋਰ ਤਰੀਕੇ ਦਾ ਸੀ ਕਿ 50 ਲੱਖ ਨੌਜਵਾਨਾਂ ਨੂੰ ਜਿਹੜੇ ਸਮਾਰਟਫੋਨ ਨੇ ਉਹ ਦਿੱਤੇ ਜਾਣਗੇ ਤੇ ਹੁਣ ਜਿਹੜੀ ਆ ਗੱਲ ਉਹ 12ਵੀਂ ਤੱਕ ਦੇ ਵਿਦਿਆਰਥੀਆਂ ਤੱਕ ਹੀ ਰਹਿ ਗਈ ਆ। ਜ਼ਿਆਦਾ ਤੋਂ ਜ਼ਿਆਦਾ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹਦੇ ਵਿੱਚ ਕਾਊਂਟ ਕਰ ਲਿਆ ਜਾਊਗਾ। ਸੋ 11ਵੀਂ ਤੇ 12ਵੀਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ, ਖਾਸ ਕਰਕੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਨੇ, ਸਾਰੇ ਨਹੀਂ, ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਸਿਰਫ ਉਹਨਾਂ ਨੂੰ ਹੀ ਸਰਕਾਰ ਆ ਉਹ ਜਿਹੜੀ ਸਮਾਰਟਫੋਨ ਦੇਣ ਜਾ ਰਹੀ ਹੈ। ਤੇ ਕੈਪਟਨ ਸਾਹਿਬ ਨੇ ਆਪਣੀ ਜਿਹੜੀ ਫੋਟੋ ਆ ਉਹ ਮੋਬਾਈਲ ਦੇ ਪਿੱਛੇ ਬੈਕ ਸਾਈਡ ਤੇ ਉਹ ਛਪਵਾ ਲਈ ਹੈ। ਕੰਪਨੀ ਤੋਂ ਪਹਿਲਾਂ ਹੀ ਛਪੇ ਛਪਾਏ ਜਿਹੜੀ ਹੈ ਫੋਟੋ ਆਈ ਹੈ। ਤੇ ਖੈਰ, ਸ਼੍ਰੋਮਣੀ ਅਕਾਲੀ ਦਲ ਨੇ ਵੀ ਸਵਾਲ ਕੀਤੇ ਨੇ ਕਿ ਕੈਪਟਨ ਸਾਹਿਬ ਆਪ ਕਹਿੰਦੇ ਸੀ ਕਿ ਜਦੋਂ ਸਰਕਾਰਾਂ ਮਦਦ ਕਰਦੀਆਂ ਜਾਂ ਕੋਈ ਵੀ ਕੋਈ ਮਦਦ ਕਰਦਾ ਕਿਸੇ ਦੀ ਵੀ ਤੇ ਫਿਰ ਉਹਦੇ 'ਤੇ ਆਪਣਾ ਨਾਂ ਨਹੀਂ ਹੋਣਾ ਚਾਹੀਦਾ ਤੇ ਹੁਣ ਉਸੇ ਤਰੀਕੇ ਦੇ ਨਾਲ ਤੇ ਨਾ ਹੀ ਫੋਟੋ ਹੋਣੀ ਚਾਹੀਦੀ ਆ। ਚਾਹੇ ਉਹ ਆਪਾਂ ਯਾਦ ਕਰ ਲਈਏ ਕਿ ਕਰੋਨਾ ਵਾਇਰਸ ਦਾ ਜਦੋਂ ਕਰਫਿਊ ਲੱਗਿਆ ਸੀ ਉਦੋਂ ਵੀ ਪੰਜਾਬ ਸਰਕਾਰ ਨੇ ਰਾਸ਼ਨ ਵੰਡਿਆ ਸੀ, ਉਦੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਸੀ।
ਉਦੋਂ ਵੀ ਵਿਰੋਧੀਆਂ ਨੇ ਕਾਫੀ ਜਿਹੜੇ ਸਵਾਲ ਸੀ ਉਹ ਖੜੇ ਕੀਤੇ ਸੀ ਤੇ ਇੱਕ ਵਾਰ ਹੁਣ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਇਤਰਾਜ਼ ਜਤਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਮਾਰਟਫੋਨਾਂ ਦੇ ਉੱਤੇ ਪਿਛਲੇ ਪਾਸੇ ਆਪਣੀ ਫੋਟੋ ਕਿਉਂ ਛਪਵਾਈ ਆ। ਖੈਰ ਇਸ ਤੇ ਵੀ ਚਰਚਾ ਕਰਾਂਗੇ, ਹੋ ਸਕਦਾ ਕਿ ਕੱਲ, ਕਿਉਂਕਿ ਕੱਲ ਇਹ ਵੰਡੇ ਜਾਣੇ ਆ, ਇਸ ਵੰਡ ਦੀ ਸ਼ੁਰੂਆਤ ਕੱਲ ਹੋਊਗੀ ਤੇ ਕੋਸ਼ਿਸ਼ ਕਰਾਂਗੇ ਕਿ ਇਸ ਵਿਸ਼ੇ ਨੂੰ ਵੀ ਅਸੀਂ ਕੱਲ ਲੈ ਕੇ ਆਈਏ ਤੇ ਇਸ ਤੇ ਅਸੀਂ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਸੁਝਾਅ ਵੀ ਅਸੀਂ ਇਸ ਵਿਸ਼ੇ ਤੇ ਕੱਲ ਨੂੰ ਲਵਾਂਗੇ। ਸੋ ਇੱਕ ਕਾਲਰ ਨੇ ਜੀ ਇਸ ਸਮੇਂ ਸਾਡੇ ਨਾਲ ਜੁੜੇ ਹੋਏ, ਸਵਾਗਤ ਹੈ ਸਰ। ਹੈਲੋ, ਲੈਪਟਾਪ ਜਾਂ ਟੀਵੀ ਦੀ ਆਵਾਜ਼ ਘੱਟ ਕਰ ਲਿਓ ਸਰ। ਹਾਂ ਮੈਂ ਕਰ ਰਹੀ ਹਾਂ ਜੀ ਜੀ, ਕੀ ਕਹਿਣਾ ਚਾਹੁੰਦੇ ਹੋ ਸਰ? ਸਤਿ ਸ਼੍ਰੀ ਅਕਾਲ ਜੀ, ਪਿਆਰਾ ਸਿੰਘ ਬੋਲ ਰਿਹਾ ਜੀ। ਅੱਛਾ, ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ। ਜੀ ਜੀ ਤੇ ਬਾਕੀ ਤਾਂ ਚਲੋ ਮੈਂ ਮੇਰੀ ਗੱਲ ਹੋ ਚੁੱਕੀ ਸੀਗੀ। ਬਾਕੀ ਰਾਓ ਸਾਹਿਬ ਕੈਨੇਡਾ ਦੇ ਸਿੱਖ MP ਬਹੁਤ ਮਦਦ ਕਰ ਰਹੇ ਆ ਅਫਗਾਨ ਵੀਰਾਂ ਦੀ। ਬਾਕੀ ਆਪਾਂ ਗੁਰੂ ਮਹਾਰਾਜ ਹੋਰ ਉਹਨੂੰ ਬਲ ਬਖਸ਼ੇ ਕਿ ਇਹਨਾਂ ਵਿਚਾਰਾਂ ਦੀ ਬਾਂਹ ਫੜੀ ਜਾਵੇ। ਬਾਕੀ ਹੋਰ ਵੀ ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰੂੰਗਾ ਕਿ ਕਿਸ ਤਰ੍ਹਾਂ ਵੀ ਕੋਈ ਮਾਲੀ ਜਾਂ ਕਾਨੂੰਨੀ ਕੋਈ ਇਹਨਾਂ ਦੇ ਵਿਚਾਰਿਆਂ ਦੀ ਮਦਦ ਕਰ ਸਕਦਾ, ਜ਼ਰੂਰ ਕਰ ਦੇਣੀ ਚਾਹੀਦੀ ਆ। ਤੇ ਬਾਕੀ ਰਹੀ ਗੱਲ ਹੈ ਵੀ ਸੇਖੋ ਸਾਹਿਬ ਨੂੰ ਮੇਰਾ ਨੰਬਰ ਲਿਖਾ ਦਿਓ 7328225238 732-822-5238। ਜਦ ਮੈਨੂੰ ਮਰਜ਼ੀ ਫੋਨ ਕਰ ਲੈਣ। ਸਰਦਾਰ ਪਿਆਰਾ ਸਿੰਘ ਜੀ, ਤੁਸੀਂ ਇੱਥੇ ਹੀ ਦੱਸ ਦਿਓ ਜੋ ਸੇਖੋ ਸਾਹਿਬ ਪੁੱਛ ਰਹੇ ਸੀ ਵੀ ਕਿੱਦਾਂ ਤੁਹਾਡਾ ਫੋਨ ਮਿਲ ਜਾਂਦਾ, ਇੱਥੇ ਹੀ ਦੱਸ ਦਿਓ, ਸਾਰਿਆਂ ਨੂੰ ਪਤਾ ਲੱਗ ਜੇ। ਇਹ ਮੈਂ ਸੇਖੋ ਸਾਹਿਬ ਨੂੰ ਕੱਲਿਆਂ ਦੱਸ ਦਾਂਗਾ, ਮੇਰੇ ਮਿੱਤਰ ਸਮੇਂ ਵਾਲੇ ਵੀ ਸੁਣਦੇ ਹੋਣਗੇ ਤੇ ਉਹਨਾਂ ਨੂੰ ਪਤਾ ਲੱਗ ਜਵੇ। ਗੱਲ ਕੋਈ ਨਹੀਂ ਹੈਗੀ। ਠੀਕ ਹੈ ਜੀ, ਚਲੋ ਮੈਂ ਹੀ ਆ ਕਿ ਮੈਂ ਵਿਹਲਾ ਹੈਗਾ, ਮੈਂ ਬੈਠਾ ਰਹਿੰਦਾ। ਮੈਂ ਜੋ ਤੁਹਾਡੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਮਿਲਾਉਣ ਲੱਗ ਪੈਂਦਾ, ਤਦ ਮੇਰਾ ਫੋਨ ਪਹਿਲਾਂ ਲੱਗਦਾ ਉਸਦਾ ਕੋਈ। ਉਹੀ ਕਹਿੰਦੇ ਜੀ ਵੀ ਕੋਸ਼ਿਸ਼ ਕਰਨ ਦੇ ਨਾਲ ਨਾਲ ਜਿਹੜੀ ਸਫਲਤਾ ਮਿਲ ਜਾਂਦੀ ਹੈ ਜੀ। ਬਿਲਕੁਲ, ਵਾਕਈ ਸਹੀ ਗੱਲ ਹੈ। ਹਾਂਜੀ ਹਾਂਜੀ, ਕਿਉਂਕਿ ਮੈਂ ਵਿਹਲਾ ਆਇਆ ਸਵੇਰੇ, ਮੈਂ ਪਹਿਲੇ ਸ਼ੁਰੂ ਕਰ ਦਿੱਤਾ ਤਾਂ ਮੇਰਾ ਫੋਨ ਲੱਗਦਾ। ਏਦਾਂ ਦੀ ਗੱਲ ਕੋਈ ਨਹੀਂ ਹੈਗੀ। ਬਾਕੀ ਮੈਂ ਸੇਖੋ ਸਾਹਿਬ ਨੂੰ ਮੇਰਾ ਨੋਟ ਕਰ ਰਿਹਾ ਨੰਬਰ, ਤੇ ਮੇਰੇ ਨਾਲ ਕਦੇ ਗੱਲ ਕਰਨ ਜਾਂ ਮੈਂ ਕਰ ਲਾਂਗਾ। ਧੰਨਵਾਦ ਜੀ, ਮਿਹਰਬਾਨੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸਰਦਾਰ ਪਿਆਰਾ ਸਿੰਘ ਜੀ। ਤੁਸੀਂ ਅਫਗਾਨ ਸਿੱਖਾਂ ਦੀ ਗੱਲਬਾਤ ਕਰਕੇ ਗਏ ਹੋ ਜੀ। ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਹੋਣੀ ਵੀ ਕਰਕੇ ਗਏ ਸੀਗੇ ਗੱਲ ਕਿ ਉਹਨਾਂ ਨੇ ਕੀ ਅਫਗਾਨੀ ਸਿੱਖਾਂ ਨੂੰ ਉਹ ਸੋਚਦੇ ਨੇ, ਜਿੰਨੇ ਵੀ ਸਾਡੇ NRI ਭਰਾ ਨੇ ਕੈਨੇਡਾ ਦੇ ਵਿੱਚ ਬਹਿੰਦੇ ਨੇ, ਚਾਹੇ ਬਜ਼ੁਰਗ ਨੇ, ਸਰਦਾਰ ਪਿਆਰਾ ਸਿੰਘ ਜੀ ਹੋ ਗਏ, ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਸਾਹਿਬ ਹੋ ਗਏ। ਤੇ ਜੇਕਰ ਇਸ ਤਰ੍ਹਾਂ ਦਾ ਹੋ ਸਕਦਾ ਤੇ ਵਾਕਈ ਇਹ ਬੜੀ ਚੰਗੀ ਗੱਲ ਹੋਊਗੀ, ਕਿਉਂਕਿ ਇੱਥੇ ਸਾਡਾ ਵੀ ਇਹ ਮਾੜੀ ਗੱਲ ਹੈ ਸਰਕਾਰਾਂ ਦੀ, ਕਿਉਂਕਿ 1992 ਤੋਂ ਇਹ ਪਰਿਵਾਰ ਇੱਥੇ ਆਏ ਹੋਏ ਨੇ ਤੇ 28 ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਤੇ ਹਾਲੇ ਤੱਕ ਅਸੀਂ ਨਾਗਰਿਕਤਾ ਹੀ ਨਹੀਂ ਇਹਨਾਂ ਨੂੰ ਦੇ ਸਕੇ। ਸਾਡੀ ਸਰਕਾਰ ਨਾਗਰਿਕਤਾ ਨਹੀਂ ਸਾਡੇ ਸਿੱਖ ਭਰਾ ਅਫਗਾਨ ਭਰਾਵਾਂ ਨੂੰ ਦੇ ਸਕੀ, ਤੇ ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ ਕਿ ਹੋਰ ਸਾਡੀ ਸਰਕਾਰ ਹੋਰ ਕੀ ਕਰ ਦੂਗੀ ਇਹਨਾਂ ਬਾਰੇ। ਜੋ ਇੱਕ ਮੇਨ ਚੀਜ਼ ਸੀ ਨਾਗਰਿਕਤਾ, 28 ਸਾਲ ਤੁਹਾਡੇ ਦੇਸ਼ ਦੇ ਵਿੱਚ ਅਗਲਿਆਂ ਨੂੰ ਰਹਿੰਦਿਆਂ ਨੂੰ ਹੋ ਗਏ ਤੇ ਹਾਲੇ ਤੱਕ ਤੁਸੀਂ ਨਾਗਰਿਕਤਾ ਨਹੀਂ ਦੇ ਸਕੇ। ਰਾਸ਼ਨ ਕਾਰਡ ਉਹਨਾਂ ਦੇ ਕੋਲ ਨਹੀਂ, ਵੋਟਰ ਕਾਰਡ ਉਹਨਾਂ ਦੇ ਕੋਲ ਨਹੀਂ, ਕੋਈ ਪਹਿਚਾਣ ਉਹਨਾਂ ਦੇ ਕੋਲ ਨਹੀਂ, ਤੇ 28 ਸਾਲ ਫਿਰ ਵੀ ਉਹਨਾਂ ਨੇ ਤੁਹਾਡੇ ਇੱਥੇ ਕੱਢੇ ਨੇ। ਤੇ ਵਾਕਈ ਬੜੀ ਮੁਸ਼ਕਿਲ ਵਾਲੀ ਜਿਹੜੀ ਗੱਲ ਹੈ ਜੀ। ਤੇ ਸਰਕਾਰ ਨੂੰ ਚਾਹੀਦਾ ਕਿ ਫੌਰਨ ਇਸ ਤੇ ਤਾਂ ਜਿਹੜੀ ਮੋਹਰ ਲਗਾ ਦੇਣੀ ਚਾਹੀਦੀ ਆ, ਕਿਉਂਕਿ 28 ਸਾਲਾਂ ਦਾ ਸਮਾਂ ਬਹੁਤ ਲੰਬਾ ਸਮਾਂ ਹੁੰਦਾ। ਖੁਦ ਜਿਹੜੇ ਬੱਚੇ ਸੀ ਉਹ ਵੀ ਅੱਜ ਜਵਾਨ ਹੋ ਗਏ ਨੇ, ਉਹਨਾਂ ਦੀਆਂ ਵੀ ਉਮਰਾਂ ਜਵਾਨੀ ਤੋਂ ਵੀ ਪਰੇ ਲੰਘਦੀਆਂ ਜਾ ਰਹੀਆਂ ਨੇ ਤੇ ਹਾਲੇ ਤੱਕ ਨਾਗਰਿਕਤਾ ਦੇਸ਼ ਦੇ ਵਿੱਚ ਨਾ ਮਿਲਣੀ, ਤੇ ਇਹ ਬੜੀ ਸ਼ਰਮਿੰਦਗੀ ਵਾਲੀ ਗੱਲ ਹੈਗੀ ਹੈ ਜੀ। ਕਿਉਂਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ, ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਅਸੀਂ ਵੀ ਫਿਰ ਇਸ ਤਰ੍ਹਾਂ ਦੇ ਨਾਲ ਉੱਥੇ ਜਾ ਕੇ ਨਾਗਰਿਕਤਾ ਹਾਸਲ ਕਰਦੇ ਹਾਂ। ਤੇ ਜੇਕਰ ਉੱਥੇ ਵੀ 28 ਸਾਲ ਦਾ ਇੰਤਜ਼ਾਰ, ਮੇਰੇ ਹਿਸਾਬ ਦੇ ਨਾਲ ਇਹ ਇਸ ਤਰ੍ਹਾਂ ਦੀ ਪੋਸੀਬਲ ਜਿਹੜੀ ਗੱਲ ਆ ਉਹ ਨਹੀਂ ਲੱਗਦੀ ਤੇ ਬੜੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਸਾਡੇ ਸਿੱਖ ਭਰਾ ਇੱਥੇ ਜ਼ਿੰਦਗੀ ਬਤੀਤ ਕਰ ਰਹੇ ਨੇ। ਸੋ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਅਸੀਂ ਵੀ ਆਪਣੇ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਇਹ ਸਾਡੇ ਸਿੱਖ ਭਰਾਵਾਂ ਦਾ ਜਿਹੜਾ ਇਹ ਮੁੱਦਾ, ਗੰਭੀਰ ਮੁੱਦਾ, ਇਹਨੂੰ ਜਲਦ ਉਠਾਇਆ ਜਾਵੇ। ਸੋ ਚੰਡੀਗੜ੍ਹ ਤੋਂ ਸਾਡੇ ਸੀਨੀਅਰ ਐਡੀਟਰ ਸਰਦਾਰ ਜਗਤਾਰ ਸਿੰਘ ਜੀ ਸਿੱਧੂ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ। ਸਿੱਧੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ। ਜੀ ਵੈਲਕਮ ਰਾਓ ਸਾਹਿਬ, ਵੈਲਕਮ ਜੀ। ਸਿੱਧੂ ਸਾਹਿਬ, ਗੱਲਬਾਤ ਅਸੀਂ ਕਰ ਰਹੇ ਸੀ ਪ੍ਰਤਾਪ ਸਿੰਘ ਬਾਜਵਾ ਦੀ, ਜਿਸ ਨਾਟਕੀ ਢੰਗ ਨਾਲ ਸੁਰੱਖਿਆ ਵਾਪਸ ਲਈ ਗਈ ਆ। ਕੀ ਸਰਕਾਰ ਤੇ ਤੁਹਾਡੇ ਨਜ਼ਰ ਦੇ ਨਾਲ ਕੀ ਇਫੈਕਟ ਪਊਗਾ ਇਸ ਚੀਜ਼ ਦਾ? ਕਿਉਂਕਿ ਕੋਈ ਬਾਹਲਾ ਚੰਗਾ ਤਾਂ ਲੋਕਾਂ ਨੇ ਸਮਝਣਾ ਨਹੀਂ, ਜਿਹੜੀ ਸਿੰਪਥੀ ਆ ਉਹ ਤਾਂ ਫਿਰ ਵੀ ਬਾਜਵਾ ਸਾਹਿਬ ਹੀ ਲੈ ਕੇ ਜਾਣਗੇ, ਕੈਪਟਨ ਸਾਹਿਬ ਨਾਲ ਤਾਂ ਨਹੀਂ ਜਾਣੀ ਹੈਗੀ। ਜੀ
ਤਾਂ ਜੀ ਬੜਾ ਦਿਲਚਸਪ ਸਵਾਲ ਹੈ ਇਹ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਜੀ ਐਕਚੁਅਲੀ ਕੀ ਹੁੰਦਾ ਹੈ ਕਿ ਜਿਹੜੀ ਇਹ ਲੋਕ ਪੋਲੀਟੀਕਲ ਪਾਵਰ 'ਚ ਬੈਠੇ ਹੁੰਦੇ ਆ ਜੀ ਜਦੋਂ ਉਹਨਾਂ ਨੂੰ ਕੋਈ ਛੱਡ ਕੇ ਚਲਾ ਜਾਂਦਾ ਹੈ ਕੋਈ ਬਗਾਵਤ ਕਰਦਾ ਹੈ ਖਾਸ ਤੌਰ ਤੇ ਬਗਾਵਤ ਆਪਣੇ ਨੇ ਕਰਨੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ। ਪੰਜਾਬੀ ਜਿਹਨੂੰ ਕਹਿੰਦੇ ਆ ਜਿੰਨਾ ਆਪਣਿਆਂ ਦੇ ਗਿੱਟੇ ਛਾਂਗ ਕੇ ਸਵਾਦ ਆਉਂਦਾ ਨਾ ਕਿਉਂਕਿ ਵਿਰੋਧੀਆਂ ਦਾ ਤਾਂ ਉਹ ਕਰਦੇ ਹੀ ਰਹਿੰਦੇ ਸੀ ਜੀ ਬਿਲਕੁਲ। ਇਸ ਕਰਕੇ ਬਾਜਵਾ ਦਾ ਦੇਖੋ ਹੋਰ ਕੁਝ ਨਹੀਂ ਸੀ ਵਿਗਾੜ ਸਕਦੇ ਤਾਂ ਇਹੀ ਸੀਗਾ। ਹੁਣ ਰਾਜ ਸਭਾ ਦਾ ਮੈਂਬਰ ਹੈ ਉਹਦਾ ਨਾਂ ਕੈਪਟਨ ਅਮਰਿੰਦਰ ਦੇ ਹੱਥ 'ਚ ਹੈ ਨਾ ਹੀ ਜਾਖੜ ਉਹਨਾਂ ਦੇ ਹੱਥ 'ਚ ਹੈਗਾ। ਆਪਾਂ ਜਾਣਦੇ ਆ ਸੁਖਦੇਵ ਸਿੰਘ ਢੀਂਡਸਾ ਹੁਣੀ ਅਕਾਲੀ ਦਲ ਨੂੰ ਛੱਡ ਕੇ ਨਵਾਂ ਅਕਾਲੀ ਦਲ ਵੀ ਬਣਾ ਲਿਆ, ਪਾਰਟੀ ਵੀ ਬਦਲ ਗਈ, ਫਿਰ ਵੀ ਕੋਈ ਸਮੱਸਿਆ ਨਹੀਂ, ਰਾਜ ਸਭਾ ਦੇ ਮੈਂਬਰ ਹੈ ਫਿਰ ਵੀ ਕੋਈ ਸਮੱਸਿਆ ਨਹੀਂ। ਸੋ ਇਸ ਕਰਕੇ ਸਿਕਿਉਰਿਟੀ ਜਿਹੜੀ ਲੈਣਾ ਮੈਨੂੰ ਲੱਗਦਾ ਕਿ ਥੋੜਾ ਜਿਹਾ ਬਹੁਤ ਹੀ ਇੱਕ ਹਲਕੇ ਪੱਧਰ ਦੀ ਰਾਜਸੀ ਜਿਹੜਾ ਬਦਲੇ ਲੈਣ ਦੀ ਭਾਵਨਾ ਹੈਗੀ ਹੈ ਜੀ। ਇਹਦੇ ਨਾਲ ਕੀ ਫਰਕ ਪੈਂਦਾ ਇਸ ਗੱਲ ਦੇ ਨਾਲ ਕਿ ਤੁਸੀਂ ਅਗਰ ਇੱਕ MP ਦੀ ਸਿਕਿਉਰਿਟੀ ਬਣੀ ਵੀ ਰਹੇ ਦੂਜੇ ਪਾਸੇ ਹੁਣ ਬਾਜਵਾ ਹੋਣੀ ਰਾਓ ਜੀ ਇਹ ਵੀ ਕਹਿ ਰਹੇ ਹੈ ਕਿ ਤੁਸੀਂ ਜਿਹੜੇ ਅਕਾਲੀ ਦਲ ਦੇ ਸੀਨੀਅਰ ਨੇਤਾ ਹੈਗੇ ਨੇ ਸੁਖਬੀਰ ਬਾਦਲ ਦੀ ਗੱਲ ਕਰ ਲਓ, ਬੀਬਾ ਹਰਸਿਮਰਤ ਬਾਦਲ ਦੀ ਗੱਲ ਕਰ ਲਓ, ਬਿਕਰਮ ਮਜੀਠੀਆ ਦੀ ਗੱਲ ਕਰ ਲਓ, ਉਹਨਾਂ ਨੂੰ ਸਾਰਿਆਂ ਨੂੰ ਸਿਕਿਉਰਿਟੀ ਮਿਲੀ ਵੀ ਹੈ, ਡਬਲ ਸਿਕਿਉਰਿਟੀ ਮਿਲੀ ਹੈ, ਕਿਤੇ ਮੇਰੀ ਕਿਉਂ ਸਿਕਿਉਰਿਟੀ ਘਟਾਈ ਗਈ ਹੈ ਜੀ। ਬਿਲਕੁਲ ਬਹੁਤ ਹੀ ਦਿਲਚਸਪ ਕਿਸਮ ਦੀ ਗੱਲ ਹੈ ਜਦੋਂ ਪਾਰਟੀਆਂ ਦੇ ਅੰਦਰ ਸ਼ਰੀਕੇਬਾਜ਼ੀ ਪੈਦਾ ਹੁੰਦੀ ਹੈ ਜੀ ਤਾਂ ਇਸ ਗੱਲ ਤੇ ਬੜਾ ਇੰਜੋਏ ਕੀਤਾ ਜਾਂਦਾ ਹੈ। ਜਿਹੜੇ ਸੱਤਾ 'ਚ ਬੈਠੇ ਹੁੰਦੇ ਲੋਕ ਉਹ ਦੇਖਦੇ ਆ ਕਿ ਹੁਣ ਆਇਆ ਨਾ ਸਵਾਦ, ਸਿਕਿਉਰਿਟੀ ਵਾਪਸ ਲੈ ਲਈ ਹੈ। ਪਰ ਆਈ ਥਿੰਕ ਜਿੱਦਾਂ ਤੁਸੀਂ ਬਿਲਕੁਲ ਰਾਈਟਲੀ ਜਿਹੜਾ ਕਿਹਾ ਹੈਗਾ ਕਿ ਆਮ ਲੋਕਾਂ ਦੀ ਸਿੰਪਥੀ ਦਾ ਚੰਗੀ ਗੱਲ ਨਹੀਂ ਹੈਗੀ। ਬਿਲਕੁਲ ਬਿਲਕੁਲ ਸਰਕਾਰ ਦੇ ਲਈ ਵੀ ਚੰਗੀ ਗੱਲ ਨਹੀਂ ਤੇ ਮੁੱਖ ਮੰਤਰੀ ਸਾਹਿਬ ਦੇ ਲਈ ਵੀ ਚੰਗੀ ਗੱਲ ਨਹੀਂ ਕਿਉਂਕਿ ਇਸ ਤਰ੍ਹਾਂ ਦਾ ਉਹਨਾਂ ਦੀ ਅਕਸ਼ ਨਹੀਂ ਹੈਗਾ ਮੁੱਖ ਮੰਤਰੀ ਸਾਹਿਬ ਦਾ ਕਿ ਇਸ ਤਰ੍ਹਾਂ ਦੀ ਗੱਲਬਾਤ ਕਰਨਗੇ। ਸਿੱਧੂ ਸਾਹਿਬ ਬਾਜਵਾ ਸਾਹਿਬ ਨੇ ਅੱਜ ਫਿਰ ਚੰਡੀਗੜ੍ਹ ਦੇ ਜਿਹੜੇ DGP ਨੇ ਸੰਜੇ ਬੈਨੀਪਾਲ ਉਹਨਾਂ ਨੂੰ ਵੀ ਚਿੱਠੀ ਲਿਖ ਕੇ ਕਹਿ ਦਿੱਤਾ ਕਿ ਜੇਕਰ ਉਹਨਾਂ ਦੇ ਨਾਲ ਕੋਈ ਮੰਦਭਾਗੀ ਘਟਨਾ ਵਾਪਰਦੀ ਆ ਕਿਉਂਕਿ ਸੁਰੱਖਿਆ ਵਾਪਸ ਲਈ ਗਈ ਆ ਤੇ ਮੁੱਖ ਮੰਤਰੀ ਤੇ DGP ਪੰਜਾਬ ਜ਼ਿੰਮੇਵਾਰ ਹੋਣਗੇ। ਇਸ ਤੇ ਚਾਨਣਾ ਪਾਇਓ ਥੋੜਾ ਜਿਹਾ ਜੀ। ਜੋ ਬਾਜਵਾ ਜੀ ਨੇ ਪੱਤਰ ਲਿਖਿਆ ਸੁਭਾਵਿਕ ਹੈ ਕਿ ਉਹਨਾਂ ਨੇ ਇਸ ਕਾਰਵਾਈ ਦਾ ਵਿਰੋਧ ਕਰਦਾ DGP ਨੂੰ ਪੱਤਰ ਲਿਖਿਆ ਜੀ। ਪਰ ਉਹਦੇ ਜਵਾਬ 'ਚ ਹੁਣ ਦੇਖੋ ਉਹਦੇ ਜਵਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਵੀ ਜਵਾਬ ਆ ਗਿਆ ਹੈ ਕਿ ਜੀ ਮੈਂ ਗ੍ਰਹਿ ਮੰਤਰੀ ਹਾਂ, ਮੈਂ ਮੁੱਖ ਮੰਤਰੀ ਹਾਂ, ਪੁਲਿਸ ਮੇਰੇ ਅੰਡਰ ਹੈ ਜੀ। ਜੇ ਬਾਜਵਾ ਨੂੰ ਕੋਈ ਇਤਰਾਜ਼ ਹੈਗਾ ਤਾਂ ਸਿੱਧੇ ਤੌਰ ਤੇ ਮੇਰੇ ਨਾਲ ਗੱਲ ਕਰੇ ਜਾਂ ਜਿਹੜੀ ਪਾਰਟੀ ਹਾਈ ਕਮਾਂਡ ਹੈ ਉਹਨਾਂ ਨਾਲ ਜਾ ਕੇ ਮੇਰੀ ਜਿਹੜੀ ਸ਼ਿਕਾਇਤ ਹੈ ਕਰਨੀ ਹੈ ਉਹ ਕਰ ਲੇ ਜੀ। ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੋਇਆ ਕਿ ਪੂਰੀ ਕੈਬਨਿਟ ਨੇ ਬਾਜਵਾ ਤੇ ਦੁੱਲੋਂ ਦੇ ਖਿਲਾਫ ਮਤਾ ਪਾਸ ਕਰਕੇ ਜ਼ੋਰਦਾਰ ਤਰੀਕੇ ਨਾਲ ਕਿਹਾ ਕਿ ਜੀ ਇਹਨਾਂ ਨੂੰ ਫੌਰੀ ਤੌਰ ਤੋਂ ਬਾਹਰ ਕੱਢਿਆ ਜਾਵੇ ਜੀ। ਕਾਂਗਰਸ ਦੀ ਰਾਓ ਸਾਹਿਬ ਮੈਂ ਇਹਦੇ ਤੇ ਥੋੜਾ 2 ਸੈਕਿੰਡ ਲੈਣਾ ਚਾਹਾਂਗਾ। ਕਾਂਗਰਸ ਦੀ ਬੜੀ ਦਿਲਚਸਪ ਸਥਿਤੀ ਬਣੀ ਹੋਈ ਹੈ ਕਿ ਜਾਖੜ ਸਾਹਿਬ ਤੇ ਮੁੱਖ ਮੰਤਰੀ ਜੀ ਚਾਹੁੰਦੇ ਹੈ, ਪੂਰੀ ਕੈਬਨਿਟ ਚਾਹੁੰਦੀ ਹੈ ਕਿ ਇਹਨਾਂ ਨੂੰ ਫੌਰੀ ਤੌਰ ਤੇ ਬਾਹਰ ਦਾ ਰਸਤਾ ਦਿਖਾਇਆ ਜਾਵੇ। ਹੁਣ ਆਪਾਂ ਜੇ ਰਾਜਸਥਾਨ ਦੀਆਂ ਘਟਨਾਵਾਂ ਦਾ ਦੇਖਦੇ ਹਾਂ ਦੇਖ ਲਓ ਪਾਇਲਟ ਨੂੰ ਵੀ ਅਗਲਿਆਂ ਨੇ ਵਾਪਸ ਲੈਣ ਦੀ ਗੱਲ ਕਰ ਲਈ ਹੈ, ਮਨਾ ਲਿਆ। ਇਹ ਕਿਵੇਂ ਪੋਸੀਬਲ ਹੋ ਸਕਦਾ ਕਿ ਰਾਜ ਸਭਾ ਦੇ 2 ਮੈਂਬਰ ਹੈ ਉਹਨਾਂ ਬਾਰੇ ਉਲਟ ਫੈਸਲਾ ਲੈ ਲੇਗੀ ਪਾਰਟੀ ਹਾਈ ਕਮਾਂਡ। ਸੋ ਇਹਨਾਂ ਦਾ ਪੰਜਾਬ ਪੱਧਰ ਤੇ ਤਲਵਾਰਾਂ ਘਮਾਉਣ ਦਾ ਇੰਨਾ ਕੰਮ ਰਹਿ ਗਿਆ, ਇੱਕ ਦੂਜੇ ਦੇ ਖਿਲਾਫ ਬੋਲਦੇ ਰਹਿਣਗੇ। ਨਾ ਤਾਂ ਬਾਜਵਾ ਹੀ ਫੌਰੀ ਤੌਰ ਤੇ ਅਮਰਿੰਦਰ ਦਾ ਕੁਝ ਵਿਗਾੜ ਸਕਦਾ ਜਿਹਨੇ ਕਿ MLA ਤੇ ਉਹਦੇ ਨਾਲ ਹੈਗੇ। ਅੱਛਾ ਸਿੱਧੂ ਸਾਹਿਬ ਬਿਲਕੁਲ ਤੁਸੀਂ ਬੜੀ ਮਾਫ ਕਰਨਾ ਮੈਂ ਟੋਕ ਰਿਹਾ ਜੀ, ਤੁਸੀਂ ਬਿਲਕੁਲ ਬੜੀ ਦਿਲਚਸਪ ਗੱਲ ਕੀਤੀ ਹੈ ਕਿ ਦੇਖੋ ਵਿਗਾੜ ਦੋਨੋਂ ਹੀ ਆਗੂ ਇੱਕ ਦੂਜੇ ਦਾ ਕੁਝ ਨਹੀਂ ਸਕਦੇ ਤੇ ਪਰ ਇਹ ਵੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੇ ਅਸੀਂ ਦੇਖਦੇ ਹਾਂ ਕਿ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਜੋ ਤਲਖੀ ਆ ਉਹ ਘਟਣ ਦੀ ਬਜਾਏ ਲਗਾਤਾਰ ਇਹਨਾਂ ਦੋਨਾਂ ਆਗੂਆਂ ਦੇ ਵਿੱਚ ਵੱਧਦੀ ਜਾ ਰਹੀ ਹੈ ਕਿਉਂਕਿ ਬਾਜਵਾ ਸਾਹਿਬ ਪਹਿਲਾਂ ਪ੍ਰਧਾਨ ਸੀ ਕਾਂਗਰਸ ਦੇ, ਫਿਰ ਕੈਪਟਨ ਸਾਹਿਬ ਨੇ ਆਉਂਦਿਆਂ ਹੀ ਪਹਿਲਾਂ ਸ਼ਰਤ ਰੱਖੀ ਕਿ ਬਾਜਵਾ ਸਾਹਿਬ ਨੂੰ ਹਟਾਓ ਜੀ, ਮੈਨੂੰ ਪ੍ਰਧਾਨਗੀ ਦਿਓ ਤੇ ਇਸ ਗੱਲ ਦੀ ਵੀ ਬਾਜਵਾ ਸਾਹਿਬ ਨੂੰ ਠੀਕ ਹੈ ਨਾਰਾਜ਼ਗੀ ਹੋ ਸਕਦੀ ਹੈ ਤੇ ਲੇਕਿਨ ਕਿਸੇ ਵੀ ਇਹ ਕਦੇ ਮੈਂ ਦੇਖਿਆ ਹੀ ਨਹੀਂ ਹੈ ਇਹਦੇ ਵਿੱਚ ਕਿ ਦੋਨਾਂ ਆਗੂਆਂ ਨੇ ਇੱਕ ਟੇਬਲ ਤੇ ਬਹਿ ਕੇ ਪਿਛਲੇ ਸਾਲਾਂ ਦੇ ਵਿੱਚ ਟਾਕ ਕੀਤੀ ਹੋਵੇ, ਗੱਲ ਕੀਤੀ ਹੋਵੇ ਕਿ ਹਾਂ ਭਾਈ ਜਿਹੜੇ ਸਾਡੇ ਮਤਭੇਦ ਨੇ ਉਹ ਅਸੀਂ ਜੇਕਰ ਆਪਣੇ ਨਿਪਟਾ ਲਈਏ ਤੇ ਚੰਗਾ ਹੀ ਹੋਊਗਾ, ਪੰਜਾਬ ਦੇ ਲਈ ਤਾਂ ਹੋਊਗਾ ਹੀ, ਖਾਸ ਕਰਕੇ ਤਾਂ ਕਾਂਗਰਸ ਪਾਰਟੀ ਦੇ ਲਈ ਬੜਾ ਚੰਗਾ ਹੋਊਗਾ। ਤੇ ਸਿੱਧੂ ਸਾਹਿਬ ਇੱਥੇ ਫਿਰ ਅਕਾਲ ਜਿਹੜੀ ਹਾਈ ਕਮਾਨ ਹੈ, ਕਾਂਗਰਸ ਹਾਈ ਕਮਾਨ ਹੈ ਤੇ ਉਹ ਵੀ ਨਹੀਂ ਦਖਲ ਦੇ ਰਹੀ ਇਸ ਤਰੀਕੇ ਦੇ ਨਾਲ ਕਿ ਸੌਟ ਆਊਟ ਹੀ ਕਰਾ ਦਿੱਤਾ ਜਾਵੇ ਜੀ। ਬਿਲਕੁਲ ਜਿਹੜਾ ਹੈਗਾ ਕੇਂਦਰੀ ਇਹਨਾਂ ਦੀ ਲੀਡਰਸ਼ਿਪ ਹੈ ਕਾਂਗਰਸ ਦੀ, ਉਹਨਾਂ ਨੂੰ ਦਖਲ ਦੇ ਕੇ ਮਾਮਲੇ ਨੂੰ, ਕਿਉਂਕਿ ਬਾਜਵਾ ਹੋਣੀ ਪਹਿਲੀ ਵਾਰ ਤਾਂ ਬੋਲੇ ਨਹੀਂ ਜਿੱਦਾਂ ਤੁਸੀਂ ਖੁਦ ਹੀ ਕਹਿ ਰਹੇ ਹੋ
ਜੀ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰ ਬੋਲਦੇ ਆ ਰਹੇ ਆ। ਹੁਣ ਜੇ ਸ਼ਮਸ਼ੇਰ ਦੁੱਲੋਂ ਦੀ ਆਪਾਂ ਗੱਲ ਕਰੀਏ ਤਾਂ ਇੱਕ ਤਾਂ ਆਪਾਂ ਅਕਸਰ ਇਹ ਗੱਲ ਕਹਿੰਦੇ ਜਿਹੜੇ ਫੈਕਟਸ ਹੈਗੇ ਆ ਕਿ ਹਿੰਦੁਸਤਾਨ 'ਚ ਸਭ ਤੋਂ ਵੱਡੀ ਦਲਿਤ ਵਸੋਂ ਪੰਜਾਬ ਦੇ ਵਿੱਚ ਹੈ ਜੀ। ਸ਼ਮਸ਼ੇਰ ਸਿੰਘ ਦੁੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ, ਬਿਲਕੁਲ ਜੀ, ਦਲਿਤ ਨੇਤਾ ਹੈਗੇ ਆ। ਬਿਲਕੁਲ। ਹੁਣ ਜਿੱਦਾਂ ਇਹਨਾਂ ਨੇ ਦੋਨਾਂ ਆਗੂਆਂ ਨੇ ਇਹਨਾਂ ਦੇ ਖਿਲਾਫ ਮੋਰਚਾ ਖੋਲਿਆ ਵਾ ਸਰਕਾਰ ਦੇ ਖਿਲਾਫ, ਮੈਂ ਰਾਓ ਜੀ ਥੋੜਾ ਜਿਹਾ ਇਹਦੇ ਤੇ ਇਹ ਕਹਿਣਾ ਚਾਹਾਂਗਾ ਕਿ ਜਦੋਂ ਦੂਜੀਆਂ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦਾ ਕਿਸਾਨ ਮੱਚਦਾ ਨਾ, ਮੈਂ ਤੁਹਾਨੂੰ ਚੇਤੇ ਕਰਾਉਣਾ ਕਿ ਕੈਪਟਨ ਅਮਰਿੰਦਰ ਨੇ ਜਦੋਂ ਆਮ ਆਦਮੀ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਜੀ ਉਹਨਾਂ ਨੇ ਬਗਾਵਤ ਕੀਤੀ ਜਾਂ ਉਹਨਾਂ ਨੂੰ ਕੱਢਿਆ ਤਾਂ ਤੁਹਾਨੂੰ ਯਾਦ ਹੋਏਗਾ ਕੈਪਟਨ ਅਮਰਿੰਦਰ ਨੇ ਚੁਣ ਕੇ ਸ਼ਬਦ ਵਰਤੇ ਛੋਟੇਪੁਰ ਦੇ ਸਤਿਕਾਰ ਵਿੱਚ। ਬਿਲਕੁਲ ਕਿ ਛੋਟੇਪੁਰ ਜੀ ਬੜੇ ਸਤਿਕਾਰਤ ਨੇਤਾ ਹੈ, ਮੇਰੇ ਨਾਲ ਕੰਮ ਕਰਦੇ ਰਹੇ ਹੈ, ਬਿਲਕੁਲ ਬੜੀ ਜ਼ਾਤੀ ਹੋਈ ਹੈ ਤੇ ਵੱਡੇ ਉਹਨਾਂ ਦੇ ਇੰਟਰਵਿਊ ਜਿਹੜੇ ਹੈਗੇ ਆਉਂਦੇ ਰਹੇ ਜੀ ਜੀ। ਹੁਣ ਜਦੋਂ ਆਪਣੀ ਪਾਰਟੀ ਦੇ ਅੰਦਰ ਇਹ ਸਾਰਾ ਕੁਝ ਹੋ ਰਿਹਾ ਤਾਂ ਹੁਣ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਬਾਜਵਾ ਤੇ ਦੁੱਲੋਂ ਨੇ ਪਿੱਠੇ 'ਚ ਛੁਰਾ ਮਾਰਿਆ। ਸੋ ਇਹ ਜਦੋਂ ਤਾਂ ਦੂਜਿਆਂ ਦੇ ਘਰ 'ਚ ਅੱਗ ਲੱਗਦੀ ਹੈ ਤਾਂ ਇਹਨਾਂ ਨੂੰ ਬਸੰਤਰ ਨਜ਼ਰ ਆਉਂਦੀ ਹੈ, ਜਦੋਂ ਆਪਣੇ ਘਰ 'ਚ ਲੱਗਦੀ ਹੈ ਤਾਂ ਇਹਨਾਂ ਨੂੰ ਅੱਗ ਨਜ਼ਰ ਆਉਂਦੀ ਹੈ ਜੀ ਜੀ। ਸੋ ਇਸ ਕਰਕੇ ਇਹਨਾਂ ਦਾ ਇਹ ਖਾਸਾ ਹੈ ਪੋਲੀਟੀਕਲ ਸਿਸਟਮ ਦੇ ਵਿੱਚ। ਇਹ ਕੋਈ ਪਹਿਲੀ ਵਾਰ ਏਦਾਂ ਦੀ ਗੱਲ ਹੋਈ ਨਹੀਂ, ਪੋਲੀਟੀਕਲ ਪਾਰਟੀ ਦੇ ਅੰਦਰ ਏਦਾਂ ਦਾ ਜੇ ਵਿਰੋਧ ਉੱਠਦਾ ਰਿਹਾ ਤਾਂ ਸੈਂਟਰ ਦੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹਦਾ ਦਖਲ ਨਾ ਦੇਣਾ ਫੌਰੀ ਤੌਰ ਤੇ। ਉਹੀ ਮੈਂ ਤੁਹਾਨੂੰ ਜਿਹੜੇ ਕਮੈਂਟਸ ਕੀਤੇ ਸੀ ਕਿ ਜਿੱਥੋਂ ਤੱਕ ਹੈਗਾ ਕੈਪਟਨ ਅਮਰਿੰਦਰ ਦਾ ਔਰ ਜਾਖੜ ਜੀ ਦਾ, ਉਹਨਾਂ ਦਾ ਮਜ਼ਾਕ ਅਗਲੇ ਦਿਨਾਂ ਜਿਸ ਕਰਕੇ ਬਣੇਗਾ ਜੇ ਕੇਂਦਰ ਦੀ ਲੀਡਰਸ਼ਿਪ ਉਹਨਾਂ ਨੂੰ ਕੱਢਦੀ ਨਹੀਂ, ਦੁੱਲੋਂ ਤੇ ਕੋਈ ਫੈਸਲਾ ਨਹੀਂ ਲੈਂਦੀ, ਬਾਜਵਾ ਤੇ ਕੋਈ ਫੈਸਲਾ ਨਹੀਂ ਲੈਂਦੀ ਤਾਂ ਕੀ ਜਵਾਬ ਦੇਣਗੇ ਲੋਕਾਂ ਅੱਗੇ, ਪੰਜਾਬ ਨੂੰ ਕੀ ਦੱਸਣਗੇ ਕਿ ਅਸੀਂ ਕੀ ਕਰਵਾਇਆ। ਬਿਲਕੁਲ। ਸੋ ਇਹਦਾ ਨੁਕਸਾਨ ਤਾਂ ਅਲਟੀਮੇਟਲੀ ਕਾਂਗਰਸ ਦਾ, ਕੈਪਟਨ ਅਮਰਿੰਦਰ ਦਾ, ਸਰਕਾਰ ਦਾ ਪੰਜਾਬ ਦੇ ਅੰਦਰ। ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਸਰ, ਸਰਦਾਰ ਜਗਤਾਰ ਸਿੰਘ ਜੀ ਸਿੱਧੂ ਸਾਡੇ ਨਾਲ ਜੁੜੇ ਸੀਗੇ, ਸਾਨੂੰ ਟਾਈਮ ਦੇਣ ਦੇ ਲਈ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਸੋ ਬਹੁਤ ਚੰਗੀਆਂ ਗੱਲਾਂ ਸਿੱਧੂ ਸਾਹਿਬ ਦੱਸ ਕੇ ਗਏ ਨੇ ਤੇ ਇਹਨਾਂ ਗੱਲਾਂ ਦੇ ਵਿੱਚੋਂ ਇੱਕ ਖਾਸ ਗੱਲ ਨਿਕਲ ਕੇ ਇਹ ਆ ਰਹੀ ਹੈ ਕਿ ਦੇਖੋ ਚਾਹੇ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਪ੍ਰਧਾਨ ਹੋਵੇ ਜਾਂ ਫਿਰ ਮੁੱਖ ਮੰਤਰੀ ਹੋਵੇ, ਇੱਕ ਜਿਸ ਤਰ੍ਹਾਂ ਕਹਿ ਦਿੰਦੇ ਆਪਾਂ ਕਿ ਇੱਕ ਪਰਿਵਾਰ ਹੈ ਤੇ ਪਰਿਵਾਰ ਦਾ ਮੁਖੀ ਹੈ, ਜਿਵੇਂ ਕਿ ਆਪਣੇ ਪਰਿਵਾਰਾਂ ਦੇ ਵਿੱਚ ਹੈ ਕਿ ਮੁਖੀਆ ਜੋ ਪਰਿਵਾਰ ਦਾ ਮੁਖੀ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਪਰਿਵਾਰ ਦਾ ਕੋਈ ਮੈਂਬਰ ਕਿਸੇ ਚੀਜ਼ ਤੋਂ ਕਹਿ ਰਿਹਾ ਕਿ ਮੈਨੂੰ ਇਹ ਚੀਜ਼ ਨਹੀਂ ਮਿਲੀ ਜਾਂ ਮੈਨੂੰ ਧਿਆਨ ਨਹੀਂ ਪੂਰਾ ਪਰਿਵਾਰ ਦਾ ਮਿਲ ਰਿਹਾ ਤੇ ਨਾਰਾਜ਼ਗੀ ਹੈ, ਤੇ ਫਿਰ ਉਹ ਦੂਰ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਹ ਪਰਿਵਾਰ ਦੇ ਮੁਖੀ ਦੀ ਹੁੰਦੀ ਹੈ, ਨਾ ਕਿ ਉਸ ਮੈਂਬਰ ਦੀ। ਪਰਿਵਾਰ ਦੇ ਮੁਖੀ ਨੂੰ ਚਾਹੀਦਾ ਕਿ ਉਸ ਮੈਂਬਰ ਨੂੰ ਬੁਲਾਇਆ ਜਾਵੇ, ਬਿਠਾਇਆ ਜਾਵੇ ਤੇ ਬਿਠਾ ਕੇ ਉਹਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਜਿੰਨੇ ਵੀ ਮਤਭੇਦ ਨੇ ਉਹ ਦੂਰ ਕਰਨੇ ਚਾਹੀਦੇ ਨੇ। ਸੋ ਇਹ ਜ਼ਿੰਮੇਵਾਰੀ ਪੰਜਾਬ ਦੇ ਮੁਖੀ ਦੀ ਬਣਦੀ ਆ, ਨਾ ਕਿ ਉਸ ਮੈਂਬਰ ਦੀ ਬਣਦੀ ਆ। ਸੋ ਇੱਥੇ ਵੀ ਜ਼ਿੰਮੇਵਾਰੀ ਹੈ ਜਿਹੜੀ ਜਾਖੜ ਸਾਹਿਬ ਦੀ ਵੀ ਬਣਦੀ ਆ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਬਣਦੀ ਹੈ ਕਿ ਜੇਕਰ ਸਾਡੇ ਦੋ ਸੀਨੀਅਰ ਆਗੂ ਇਸ ਤਰ੍ਹਾਂ ਦੇ ਸਵਾਲ ਚੁੱਕ ਰਹੇ ਨੇ ਤੇ ਉਹਨਾਂ ਨੂੰ ਫਿਰ ਬੈਠ ਕੇ ਬੁਲਾ ਲੈਣਾ ਚਾਹੀਦਾ ਸੀਗਾ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਸੀ ਤਾਂ ਜੋ ਇਹ ਮਤਭੇਦ ਨੇ ਜਿਹੜੇ ਪੈਦਾ ਹੋ ਰਹੇ ਨੇ ਤੇ ਉਹ ਖਤਮ ਕੀਤੇ ਜਾ ਸਕਣ। ਤੇ ਇਹਦੇ ਵਿੱਚ ਮਜ਼ਾਕ ਕਿਹਦਾ ਉੱਡ ਰਿਹਾ? ਮਜ਼ਾਕ ਤਾਂ ਕਾਂਗਰਸ ਪਾਰਟੀ ਦਾ ਹੀ ਉੱਡ ਰਿਹਾ। ਉਹੀ ਗੱਲ ਹੈ ਕਿ ਜੇ ਇੱਕ ਘਰ ਦੇ ਵਿੱਚ ਕਲੇਸ਼ ਆ ਤੇ ਗਵਾਂਢੀ ਨੇ ਤਾਂ ਫਿਰ ਕਹਿ ਦਿੰਦੇ ਆ ਕਿ ਤਾੜੀਆਂ ਵਜਾਉਣੀਆਂ ਹੀ ਨੇ ਜੀ, ਗਵਾਂਢੀ ਨੂੰ ਚੰਗਾ ਹੀ ਲੱਗਦਾ ਹੁੰਦਾ ਹਮੇਸ਼ਾ। ਜੇ ਗਵਾਂਢੀਆਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੁੰਦਾ ਤੇ ਉਹੀ ਗੱਲ ਪਾਰਟੀਆਂ ਦੀ ਵੀ ਹੋ ਜਾਂਦੀ ਹੈ। ਇੱਕ ਪਾਰਟੀ 'ਚ ਕਲੇਸ਼ ਰਹੂਗਾ ਤੇ ਦੂਜੀ ਪਾਰਟੀ ਤਾਂ ਫਿਰ ਖੁਸ਼ੀ ਹੋਏਗੀ ਕਿ ਠੀਕ ਹੈ, ਚਲੋ ਚੰਗੀ ਗੱਲ ਹੈ, ਸਾਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਪੈ ਰਹੀ, ਆਪਣੇ ਆਪ ਹੀ ਲੜ ਕੇ ਮਰੀ ਜਾਂਦੇ ਆ ਤੇ ਚਲੋ ਕਰੀ ਜਾਣ ਦਿਓ। ਸੋ ਇੱਕ ਕਾਲਰ ਸਾਡੇ ਨਾਲ ਨੇ ਜੀ, ਸਵਾਗਤ ਹੈ ਸਰ। ਸਤਿ ਸ੍ਰੀ ਅਕਾਲ ਰਾਜਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਸਰ, ਸਵਾਗਤ ਹੈ ਜੀ ਬਹੁਤ ਬਹੁਤ। ਹਾਂ, ਜਸਵੀਰ ਬੋਲਦਾ ਜੀ, ਗੰਗਾਨਗਰ ਰਾਜਸਥਾਨ ਜੀ। ਜਸਵੀਰ ਸਿੰਘ ਜੀ, ਹੋਰ ਕੀ ਹਾਲ ਚਾਲ ਹੈ ਜੀ? ਬਿਲਕੁਲ ਵਧੀਆ ਜੀ, ਤੁਸੀਂ ਦੱਸੋ। ਹਾਂਜੀ, ਬਹੁਤ ਮੌਜਾਂ। ਕੀ ਕਹਿਣਾ ਚਾਹੁੰਦੇ ਹੋ? ਬਾਜਵਾ ਸਾਹਿਬ ਨੂੰ ਨਾ, ਬਾਜਵਾ ਸਾਹਿਬ ਦੀ ਦੇਖੋ ਜੀ, ਉਦੋਂ ਇਹਨਾਂ ਨੇ 17 ਚ ਆਪਣੇ ਗਵਰਨਮੈਂਟ ਬਣੀ ਹੈ ਤੇ 16 ਚ ਵੀ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਤਾਂ ਮੰਗ ਰੱਖੀ ਸੀਗੀ ਜੀ ਜੀ ਜੀ। ਤੇ ਬਾਜਵਾ ਸਾਹਿਬ ਨੂੰ ਤਾਂ ਇਹ ਸਜ਼ਾ ਮਿਲਣੀ ਸੀਗੀ, ਕਦੋਂ ਹੀ ਮਿਲ ਗਈ। ਹੁਣ ਇਹਨਾਂ ਨੇ ਜਿਹੜੀ ਤੁਸੀਂ ਕਹਿੰਦੇ ਆ ਵੀ ਇਹਨਾਂ ਨੇ ਜਿਹੜੀ ਉਹਨਾਂ ਦੀ ਸਿਕਿਉਰਿਟੀ ਸੀ ਵਾਪਸ ਲੈ ਲਈ, ਤੇ ਉਹ ਤਾਂ ਫਿਰ ਗਵਰਨਮੈਂਟ ਨੇ ਤਾਂ ਲੈਣੀ ਸੀ, ਕੈਪਟਨ ਨੇ ਤਾਂ ਜੀ। ਨੰਬਰ 2 ਜਿਹੜਾ ਅਫਗਾਨੀ ਸਿੰਘਾਂ ਨੇ ਨਾਗਰਿਕਤਾ ਵਾਸਤੇ, ਮੈਂ ਤਾਂ ਬਹੁਤ ਵਧੀਆ ਮੰਨਦਾ ਉਹਨਾਂ ਨੂੰ, ਜੇ ਅਕਾਲ ਤਖਤ ਨਾਲ ਉਹਨਾਂ ਨੇ ਗੱਲ ਕੀਤੀ ਹੈ ਤਾਂ ਜੀ। ਤੇ ਨੰਬਰ 3 ਇਹ ਦੇਖੋ ਜੀ, ਜਿਹੜੀ ਤੁਸੀਂ ਲੜਾਈ ਦੀ ਗੱਲ ਕਰੀ ਜਾਂਦੀ ਹੈ, ਸਾਡੇ ਰਾਜਸਥਾਨ ਦੇ ਵਿੱਚ 31 ਦਿਨਾਂ ਤੋਂ ਅੱਜ ਜਾ ਕੇ ਉਹ ਕਹਿੰਦੇ ਵੀ ਸ਼ਾਂਤੀ ਹੋਈ ਹੈ, ਇਹ ਲੜਾਈ ਦਾ ਅੱਜ ਮੁੱਕਿਆ। ਹਾਂ, ਨਿਕਲਿਆ ਕੁਛ ਨਹੀਂ। ਫਿਰ ਦੇਖੋ ਫਿਰ ਨਿਕਲਿਆ ਕੁਛ ਨਹੀਂ। ਇੱਕ ਹੋਟਲ 'ਚ ਬੈਠੀ ਸੀ, ਤੁਹਾਨੂੰ ਵੀ ਧਿਆਨ ਹੈ ਮੀਡੀਆ ਰਾਹੀਂ। ਇਹ ਦੇਖੋ ਜੀ, ਜਿਹੜੀ ਇਹਨਾਂ ਦੀ ਲੜਾਈ ਹੈ ਨਾ, ਅੰਦਰੂਨੀ ਲੜਾਈ, ਉਹ ਹੀ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਕਮਜ਼ੋਰ ਕਰੀ ਜਾਂਦੀ ਹੈ, ਗੁੱਟਬਾਜੀ। ਬਿਲਕੁਲ ਬਿਲਕੁਲ।
ਇਹਨਾਂ ਨੇ ਸਿੱਧੂ ਸਾਹਿਬ ਨੂੰ ਵੀ ਖੂੰਜੇ ਲਾ ਰੱਖਿਆ, ਬਾਜਵਾ ਸਾਹਿਬ ਨੂੰ ਵੀ ਖੂੰਜੇ ਲਾ ਰੱਖਿਆ। ਜਿਹੜਾ ਸੱਚ ਦੀ ਜਾਂ ਇਮਾਨਦਾਰੀ ਦੀ ਗੱਲ ਕਰਦਾ ਉਹ ਭਲਾ ਮਨਾਵੇ, ਕਾਂਗਰਸ ਸਰਕਾਰ ਹਾਈ ਕਮਾਂਡ ਭਲਾ ਮਨਾਵੇ ਕਿ ਸਚਿਨ ਪਾਇਲਟ ਛੱਡ ਕੇ ਨਹੀਂ ਗਿਆ ਪਾਰਟੀ। ਜੇਕਰ ਛੱਡ ਕੇ ਚਲਾ ਜਾਂਦਾ ਤੇ ਬਹੁਤ ਬੁਰਾ ਹਾਲ ਹੋਣਾ ਸੀ। ਗਹਿਲੋਤ ਨੇ ਉਹਨੂੰ ਕਿੰਨਾ ਮਾੜਾ ਕਿਹਾ, ਬਿਲਕੁਲ ਨਕੰਮਾ, ਤੇ ਕਿੰਨੇ ਉਹਨੇ ਸ਼ਬਦ ਕਹੇ, ਲੇਕਿਨ ਉਹਨੇ ਦੇਖੋ ਜੀ ਮਹੀਨਾ ਤੱਕ ਉਹ ਪਾਸੇ ਰਿਹਾ, ਲੇਕਿਨ ਉਹਨੇ ਪਾਰਟੀ ਦੇ ਖਿਲਾਫ ਇੱਕ ਸ਼ਬਦ ਨਹੀਂ ਇਸਤੇਮਾਲ ਕੀਤਾ। ਬਿਲਕੁਲ। ਤੇ ਅੱਜ ਵੀ ਉਹਨੇ ਸਿਰਫ ਇਹੀ ਸੋਚਿਆ ਵੀ ਮੈਂ ਜਿਹੜਾ 5 ਸਾਲ ਸੰਘਰਸ਼ ਕੀਤਾ ਉਸ ਦੇ ਉੱਤੇ ਸਰਕਾਰ ਬਣੀ ਹੈ ਤੇ ਸਰਕਾਰ ਨਾ ਕਿਤੇ ਗਿਰ ਜਾਵੇ, ਉਸ ਗਲਤੀ ਉਹ ਵਾਪਸ ਆਇਆ। ਸ਼ੁਕਰ ਮੰਨਦਾ ਮੈਂ ਹਾਈ ਕਮਾਂਡ ਨੇ ਜਿਹੜਾ ਉਹਨਾਂ ਨੂੰ ਇੱਜ਼ਤ ਦੇ ਕੇ ਬੁਲਾ ਕੇ ਤੇ ਸਰਕਾਰ ਨੂੰ ਗਿਰਨ ਤੋਂ ਬਚਾ ਲਿਆ। ਤੇ ਇਹ ਚੀਜ਼ ਆਪਣੇ ਪੰਜਾਬ ਦੇ ਵਿੱਚ ਸਿੱਧੂ ਸਾਹਿਬ ਨੂੰ ਵੀ ਇਹਨਾਂ ਨੇ ਖੂੰਜੇ ਲਾ ਰੱਖਿਆ ਜੀ, ਤੇ ਆਈ ਬਾਜਵਾ ਸਾਹਿਬ ਨੂੰ ਲਾ ਰੱਖਿਆ ਜੀ। ਇਹ ਜਿਹੜਾ ਕੈਪਟਨ ਸਾਹਿਬ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ। ਚਲੋ ਮੇਰਾ ਤਾਂ ਆਖਰੀ ਕਾਰਜਕਾਲ ਹੈ, ਲੇਕਿਨ ਪਾਰਟੀ ਨੂੰ ਤਾਂ ਜੀਵਤ ਰੱਖੇ। ਇਹ RSS ਆਪਣਿਆਂ ਵਾਸਤੇ ਚੰਗੀ ਨਹੀਂ, ਪੰਜਾਬੀਆਂ ਵਾਸਤੇ ਚੰਗੀ ਨਹੀਂ। ਮੈਂ ਕਹੂੰਗਾ ਰਾਵਿੰਦਰ ਸਿੰਘ ਜੀ ਦੇਖੋ ਜੀ, ਇਹ ਮਜ਼ਹਬ ਦੀ ਰਾਜਨੀਤੀ ਕਰਦੇ ਆ। ਮਜ਼ਹਬ ਦੀ ਰਾਜਨੀਤੀ ਕੱਟੜਤਾ ਦੇ ਵਿੱਚ ਪਾਕਿਸਤਾਨ ਦਾ ਕਿੰਨਾ ਨੁਕਸਾਨ ਹੋ ਗਿਆ, ਜਿਸ ਹਿਸਾਬ ਨਾਲ ਚੱਲ ਰਿਹਾ ਆਪਣਾ ਹਿੰਦੁਸਤਾਨ ਦਾ ਵੀ ਬਹੁਤ ਭਿਆਨਕ ਨੁਕਸਾਨ ਹੋਊਗਾ। ਬਿਲਕੁਲ ਜੀ, ਬਿਲਕੁਲ। ਹਾਂ, ਧੰਨਵਾਦ ਰਾਵਿੰਦਰ ਸਿੰਘ ਜੀ, ਕਾਲ ਲੈਣ ਵਾਸਤੇ। ਬਹੁਤ ਬਹੁਤ ਸ਼ੁਕਰੀਆ ਸਰਦਾਰ ਜਸਵੀਰ ਸਿੰਘ ਜੀ। ਅਫਗਾਨੀ ਸਿੱਖਾਂ ਦੀ ਮਦਦ ਦੇ ਲਈ ਜਿਸ ਤਰੀਕੇ ਦੇ ਨਾਲ ਸਾਡੇ NRI ਭਰਾਵਾਂ ਨੇ ਪੇਸ਼ਕਸ਼ ਕੀਤੀ ਹੈ, ਗੱਲਾਂ ਦੱਸੀਆਂ ਨੇ, ਤੇ ਮੇਰੇ ਇੱਕ ਗੱਲ ਯਾਦ ਆਈ ਹੈ ਜੀ। ਅੱਜ ਦੀ ਖਬਰ ਹੈ, ਕਿਉਂਕਿ ਸਾਡੇ ਕੋਲ ਇੱਕ ਖਬਰ ਅੱਜ ਪਹੁੰਚੀ ਹੈ, ਸੰਗਰੂਰ ਸ਼ਹਿਰ ਦੀ ਖਬਰ ਹੈ। ਮੈਂ ਸਾਂਝਾ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਜਿਹੜੀ ਖਬਰ ਹੈ ਉਹ ਬੜਾ ਟੱਚ ਕਰਦੀ ਆ। ਮੈਂ ਖੁਦ ਇਸ ਖਬਰ ਨੂੰ ਤੁਸੀਂ ਦੇਖਿਓ ਕਿ ਪ੍ਰਾਈਮ ਬੁਲੇਟਿਨ ਦੇ ਵਿੱਚ, ਪ੍ਰਾਈਮ ਟਾਈਮ ਦੇ ਬੁਲੇਟਿਨ ਦੇ ਵਿੱਚ ਇਹ ਖਬਰ ਸਾਡੇ ਵੱਲੋਂ ਲਗਾਈ ਗਈ ਹੈ। ਬੜੀ ਟੱਚੀ ਨਿਊਜ਼ ਹੈ। ਨਿਊਜ਼ ਇਹ ਹੈ ਜੀ ਕਿ ਇੱਕ ਬੱਚੀ ਹੈ, ਸੰਗਰੂਰ ਦੇ ਵਿੱਚ ਹੈ, 11ਵੀਂ 12ਵੀਂ ਦੇ ਵਿੱਚ ਜਿਹੜੀ ਪੜ੍ਹ ਰਹੀ ਹੈ ਬੱਚੀ, ਤੇ ਸਾਈਕਲਿਸਟ ਹੈ ਬੱਚੀ। ਤੇ ਸਕੂਲ ਖੇਡਾਂ ਦੇ ਵਿੱਚ ਪੰਜਾਬ ਪੱਧਰ ਤੇ ਪਹਿਲਾਂ ਇਹਨੇ 골ਡ ਮੈਡਲ 2 ਵਾਰ ਜਿੱਤਿਆ ਬੱਚੀ ਨੇ, ਤੇ ਫਿਰ ਕੌਮੀ ਖੇਡਾਂ ਦੇ ਵਿੱਚ ਗਈ, ਜਿਹੜੀਆਂ ਨੈਸ਼ਨਲ ਖੇਡਾਂ ਹੁੰਦੀਆਂ ਦੇਸ਼ ਦੀਆਂ, ਜਿਹਦੇ ਵਿੱਚੋਂ ਪੰਜਾਬ ਦੀ ਜਿਹੜੀ ਆ ਉਹ ਤਰਫੋਂ ਇਸ ਬੱਚੀ ਬਲਜੀਤ ਕੌਰ ਨੇ ਪੰਜਾਬ ਦਾ ਜਿਹੜੀ ਨੁਮਾਇੰਦਗੀ ਕੀਤੀ ਸੀ। ਤੇ ਤੁਸੀਂ ਦੇਖੋ ਕਿ ਉੱਥੇ ਬੱਚੀ ਨੇ ਕੰਪੀਟੀਸ਼ਨ ਲੜਿਆ, ਤੇ ਪਰ ਬੱਚੀ ਦੇ ਵਿੱਚ ਕਾਬਲੀਅਤ ਦੀ ਕੋਈ ਕਮੀ ਨਹੀਂ ਸੀ, ਪਰ ਜਿਹੜਾ ਬੱਚੀ ਦਾ ਸਾਈਕਲ ਸੀ ਉਹ ਸਾਈਕਲ ਬੜਾ ਖਸਤਾ ਹਾਲਤ ਸੀ। ਤੇ ਉਸ ਖਸਤਾ ਹਾਲਤ ਸਾਈਕਲ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਸ ਬੱਚੀ ਉਹ ਕੌਮੀ ਖੇਡਾਂ ਦੇ ਵਿੱਚ 골ਡ ਮੈਡਲ ਜਿੱਤਣ ਤੋਂ ਰਹਿ ਗਈ ਸੀ। ਬੜੀ ਭਾਵੁਕ ਜਿਹੜੀ ਹੈਗੀ ਹੈ ਸਟੋਰੀ ਹੈ ਬੱਚੀ ਦੀ, ਕਿਉਂਕਿ 2016 ਦੇ ਵਿੱਚ ਇਸ ਬੱਚੀ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ, ਕੁਝ ਕਰਜ਼ੇ ਤੋਂ ਪਰੇਸ਼ਾਨੀ ਹੋ ਕੇ ਜਾਂ ਕੁਝ ਪਰਿਵਾਰਕ ਟੈਨਸ਼ਨਾਂ ਤੋਂ। ਤੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਇਹ ਬੱਚੀ ਆਪਣੇ ਇੱਕ ਭਰਾ ਨਿੱਕੇ ਨਾਲ ਤੇ ਆਪਣੀ ਇੱਕ ਮਾਂ, ਇਹ ਤਿੰਨੇ ਜੀ ਕਿਰਾਏ ਦੇ ਮਕਾਨ ਦੇ ਵਿੱਚ ਸੰਗਰੂਰ ਦੇ ਵਿੱਚ ਰਹਿ ਰਹੇ ਨੇ ਜੀ। ਤੇ ਮਾਂ ਆ ਜਿਹੜੀ ਉਹ ਕਿਸੇ ਦੇ ਘਰ ਕੰਮ ਕਰਦੀ ਹੈ ਸਾਰਾ ਦਿਨ, ਤੇ 5000 ਰੁਪਈਆ ਉੱਥੋਂ ਕਮਾਉਂਦੀ ਆ, ਤੇ ਬੜੀ ਮੁਸ਼ਕਿਲ ਦੇ ਨਾਲ ਇਸ ਪਰਿਵਾਰ ਦਾ ਗੁਜ਼ਾਰਾ ਚੱਲਦਾ। ਤੇ ਖਾਸ ਗੱਲ ਇਹ ਹੈ ਕਿ ਇਹ ਪਰਿਵਾਰ, ਇਹ ਬੱਚੀ ਭਗਵੰਤ ਮਾਨ ਹੋਰਾਂ ਦੇ ਕੋਲ ਵੀ ਗਈ, ਕਿਉਂਕਿ ਸੰਗਰੂਰ ਦੇ MP ਨੇ, ਤੇ ਸੰਗਰੂਰ ਤੋਂ ਹੀ ਸਿੱਖਿਆ ਮੰਤਰੀ ਨੇ ਪੰਜਾਬ ਦੇ ਵਿੱਚ ਵਿਜੇ ਇੰਦਰ ਸਿੰਗਲਾ, ਉਹਨਾਂ ਦੇ ਕੋਲ ਵੀ ਇਹ ਪਰਿਵਾਰ ਮਦਦ ਦੇ ਲਈ ਗਿਆ। DC ਤੱਕ ਵੀ ਇਹ ਪਰਿਵਾਰ ਗਿਆ, ADC ਤੱਕ ਵੀ ਗਿਆ, ਪਰ ਇਸ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਗਈ। ਸੋ ਇਸ ਤਰ੍ਹਾਂ ਕਰਕੇ ਕਿ ਮੈਂ ਇਸੇ ਕਰਕੇ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਸਾਡੇ ਖਾਸ ਕਰਕੇ NRI ਭਰਾ ਨੇ ਇਹ ਖਬਰ ਨੂੰ ਪ੍ਰਾਈਮ ਟਾਈਮ ਦੇ ਵਿੱਚ ਜ਼ਰੂਰ ਦੇਖਣ, ਤਾਂ ਜੋ ਹੋ ਸਕੇ ਕਿ ਜੇ ਇਸ ਬੱਚੀ ਦੀ ਅਸੀਂ ਮਦਦ ਕਰ ਸਕੀਏ ਤੇ ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੋਊਗੀ। ਕਿਉਂਕਿ ਅਫਗਾਨੀ ਸਿੱਖਾਂ ਦੀ ਮਦਦ ਤੇ ਜੋ ਗੱਲ ਚੱਲੀ ਸੀ ਉਸ ਤੋਂ ਮੈਨੂੰ ਇਸ ਬੱਚੀ ਬਾਰੇ ਯਾਦ ਆਇਆ, ਤੇ ਮੈਂ ਸਮਝਿਆ ਕਿ ਇਸ ਮੌਕੇ ਇਸ ਬੱਚੀ ਦੀ ਵੀ ਜਿਹੜੀ ਇਹ ਸਟੋਰੀ ਹੈ, ਕਹਾਣੀ ਹੈ ਜ਼ਿੰਦਗੀ ਦੇ ਸੰਘਰਸ਼ ਦੀ, ਉਹ ਇੱਥੇ ਸਾਂਝੀ ਕਰਨੀ ਚਾਹੀਦੀ ਸੀ। ਸੋ ਮੇਰਾ ਇੰਨਾ ਕੁ ਫਰਜ਼ ਬਣਦਾ ਸੀ ਕਿ ਮੈਂ ਤੁਹਾਡੇ ਤੱਕ ਇਸ ਬੱਚੀ ਦੀ ਜਿਹੜੀ ਸਟੋਰੀ ਆ ਉਹ ਲੈ ਕੇ ਆਵਾਂ। ਬੱਚੀ ਬਹੁਤ ਚੰਗਾ ਸਾਈਕਲ ਚਲਾਉਂਦੀ ਹੈ, ਕਿਉਂਕਿ ਚੰਗਾ ਸਾਈਕਲ ਜੇਕਰ ਨਾ ਚਲਾਉਂਦੀ ਤਾਂ ਉਹ ਪੰਜਾਬ ਪੱਧਰ ਤੇ ਸੋਨ ਤਗਮੇ 2 ਵਾਰ ਨਾ ਜਿੱਤ ਸਕਦੀ ਸੀ। ਖਾਸ ਕਰਕੇ ਇਹ ਹੈ ਕਿ ਜਿਸ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹ ਬੱਚੀ ਪੜ੍ਹਦੀ ਹੈ, ਸਕੂਲ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਜਾ ਰਹੀ, ਲੇਕਿਨ ਹਜੇ ਵੀ ਇਸ ਬੱਚੀ ਨੇ ਜਿਹੜਾ ਹੌਸਲਾ ਉਹ ਨਹੀਂ ਹਾਰਿਆ। ਇੱਕ ਬੜੀ ਚੰਗੀ ਖਬਰ ਹੈ, ਹਾਲੇ ਵੀ ਇਹ ਬੱਚੀ ਆਪਣਾ ਜਿਹੜਾ ਪ੍ਰੈਕਟਿਸ ਉਹ ਲਗਾਤਾਰ ਜਾਰੀ ਰੱਖਦੀ ਹੈ, ਕਿਉਂਕਿ ਇਹਨੂੰ ਉਮੀਦ ਹੈ ਕਿ ਸ਼ਾਇਦ ਸਰਕਾਰ ਹੈ ਜਾਂ ਫਿਰ ਕੋਈ ਹੋਰ ਸੰਗਠਨ ਸੰਸਥਾਵਾਂ ਉਸ ਦੀ ਮਦਦ ਕਰਨਗੀਆਂ। ਸੋ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਇਸ ਸਟੋਰੀ ਨੂੰ ਦੇਖੋਗੇ ਪ੍ਰਾਈਮ ਟਾਈਮ ਦੇ ਵਿੱਚ, ਪ੍ਰਾਈਮ ਨਿਊਜ਼ ਦੇ ਵਿੱਚ, ਤੇ ਉਦੋਂ ਅਸੀਂ ਉਮੀਦ ਕਰਦੇ ਹਾਂ ਕਿ ਕੁਝ ਜਿਹੜੇ ਸਾਡੇ ਸੱਜਣ ਨੇ ਉਹ ਇਸ ਬੱਚੀ ਦੀ ਮਦਦ ਦੇ ਲਈ ਅੱਗੇ ਆਉਣਗੇ। ਸੋ ਸਮਾਂ
ਲਗਭਗ ਪੂਰਾ ਹੋ ਚੁੱਕਿਆ ਜੀ। ਤੇ ਜਾਂਦੇ ਜਾਂਦੇ ਕਰੋਨਾ ਵਾਇਰਸ ਤੇ ਜਿਹੜੀ ਆ ਨਜ਼ਰ ਆ ਉਹ ਜ਼ਰੂਰ ਅਸੀਂ ਮਾਰਨੀ ਚਾਹੁੰਦੇ ਆ। 23 ਲੱਖ ਦੇ ਕਰੀਬ ਪੂਰੇ ਇੰਡੀਆ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਮਾਮਲੇ ਨੇ ਜੀ ਪਹੁੰਚ ਗਏ ਨੇ ਤੇ 45,500 ਮੌਤਾਂ ਇਕੱਲੇ ਭਾਰਤ ਦੇ ਵਿੱਚ ਹੋ ਚੁੱਕੀਆਂ ਨੇ। ਤੇ ਪੰਜਾਬ ਦੇ ਵਿੱਚ 25,899 ਹੁਣ ਤੱਕ ਕੁੱਲ ਕੇਸ ਕਰੋਨਾ ਵਾਇਰਸ ਦੇ ਹੋ ਗਏ ਨੇ ਤੇ 636 ਜਿਹੜੀਆਂ ਮੌਤਾਂ ਨੇ ਜੀ ਉਹ ਹੋ ਗਈਆਂ। ਜੇਕਰ ਅੱਜ ਦੀ ਗੱਲ ਕਰੀਏ ਪਿਛਲੇ 24 ਘੰਟਿਆਂ ਦੇ ਵਿੱਚ ਕੁੱਲ 1002 ਨਵੇਂ ਮਾਮਲੇ ਨੇ ਜਿਹੜੇ ਕਰੋਨਾ ਵਾਇਰਸ ਦੇ ਉਹ ਸਾਹਮਣੇ ਆਏ ਨੇ ਜੀ। ਸੋ ਹਾਲਾਤ ਬੜੇ ਗੰਭੀਰ ਬਣਦੇ ਜਾ ਰਹੇ ਨੇ ਤੇ ਅੱਗੇ ਜਨਮ ਅਸ਼ਟਮੀ ਦਾ ਤਿਉਹਾਰ ਵੀ ਆ ਰਿਹਾ ਇੱਕ ਦਿਨ ਛੱਡ ਕੇ ਤੇ ਸਰਕਾਰ ਨੇ ਕੁਝ ਰਾਤ ਨੂੰ ਜਿਹੜੀ ਆ ਕਰਫਿਊ ਦੇ ਵਿੱਚ ਕੁਝ ਢਿੱਲ ਵੀ ਦਿੱਤੀ ਆ। ਪਰ ਫਿਰ ਵੀ ਸਾਡਾ ਸਾਰਿਆਂ ਦਾ ਇਹੀ ਫਰਜ਼ ਬਣਦਾ ਕਿ ਜਿਸ ਤਰੀਕੇ ਦੇ ਨਾਲ ਇਹ ਕਰੋਨਾ ਵਾਇਰਸ ਹੁਣ ਪੰਜਾਬ ਦੇ ਵਿੱਚ ਜਿੰਨੀ ਤੇਜ਼ੀ ਰਫ਼ਤਾਰ ਨਾਲ ਆ ਰਿਹਾ ਤੇ ਸਿਹਤ ਵਿਭਾਗ ਦਾ ਹੀ ਮੰਨਣਾ, ਸਰਕਾਰ ਦਾ ਵੀ ਮੰਨਣਾ ਕਿ ਆਉਣ ਵਾਲਾ ਮਹੀਨਾ ਸਤੰਬਰ ਦੇ ਮਹੀਨੇ ਬਹੁਤ ਵੱਡਾ ਜਿਹੜਾ ਕਹਿਰ ਹੈ ਇਹ ਕਰੋਨਾ ਵਾਇਰਸ ਮਚਾ ਸਕਦਾ ਪੰਜਾਬ ਦੇ ਵਿੱਚ। ਸੋ ਹਲੇ ਵੀ ਜੇਕਰ ਕਹਿ ਲਈਏ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਹਲੇ ਵੀ ਅਸੀਂ ਇਕੱਠੇ ਕਰ ਸਕਦੇ ਹਾਂ ਆਪਣੇ ਡੁੱਲੇ ਹੋਏ ਬੇਰਾਂ ਨੂੰ। ਤੋ ਜਿੰਨੀ ਵੀ ਅਸੀਂ ਕੋਸ਼ਿਸ਼ ਕਰੀਏ ਸਾਵਧਾਨੀ ਰੱਖਣ ਦੀ ਓਨੀ ਘੱਟ ਹੈ। ਸੋ ਇਸੇ ਉਮੀਦ ਨਾਲ ਕਿ ਤੁਸੀਂ ਜਿੱਥੇ ਵੀ ਰਹੋਗੇ ਸੁਰੱਖਿਅਤ ਰਹੋਗੇ, ਚੰਗੇ ਤੇ ਠੀਕ ਠਾਕ ਰਹੋਗੇ। ਸੋ ਇਸੇ ਉਮੀਦ ਦੇ ਨਾਲ ਅਸੀਂ ਹੁਣ ਤੁਹਾਡੇ ਤੋਂ ਵਿਦਾ ਚਾਹੁੰਦੇ ਹਾਂ ਜੀ, ਕਿਉਂਕਿ ਸਮਾਂ ਪੂਰਾ ਹੋ ਚੁੱਕਿਆ। ਕੱਲ੍ਹ ਠੀਕ ਇਸੇ ਚੈਨਲ ਤੇ ਇਸੇ ਟਾਈਮ ਤੁਹਾਡੇ ਨਾਲ ਫਿਰ ਤੋਂ ਇਸੇ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਤਹਿਤ ਮੁਲਾਕਾਤ ਹੋਵੇਗੀ ਤੇ ਕੱਲ੍ਹ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਹੈ ਜੀ ਤੇ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।